ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ। ਗਾਵੋ ਸੰਗ ਤੇ ਗੁਣ ਪੂਰਿਆ ਗੁਰਾਂ ਦੇ। ਗਾਵੋ ਸੰਗ ਤੇ ਗੁਣ ਪੂਰਿਆ ਗੁਰਾਂ ਦੇ। ਗੁਣ ਪੂਰਿਆ ਗੁਰਾਂ ਦੇ। ਗਾਵੋ ਸੰਗ ਤੇ ਗੁਣ ਪੂਰਿਆ ਗੁਰਾਂ ਦੇ। ਗਾਵੋ ਸੰਗ ਤੇ ਗੁਣ ਪੂਰਿਆ ਗੁਰਾਂ ਦੇ। ਪੂਰਿਆ ਗੁਰਾਂ ਦੇ। ਪੂਰਿਆ ਗੁਰਾਂ ਦੇ। ਪੂਰਿਆ ਗੁਰਾਂ ਦੇ ਗੁਣ ਪੂਰਿਆ ਗੁਰਾਂ ਦੇ। ਪੂਰਿਆ ਗੁਰਾਂ ਦੇ। ਪੂਰਿਆ ਗੁਰਾਂ ਦੇ। ਪੂਰਿਆ ਗੁਰਾਂ ਦੇ ਗੁਣ ਪੂਰਿਆ ਗੁਰਾਂ ਦੇ। ਪੂਰਿਆ ਗੁਰਾਂ ਦੇ ਗੁਰਾਂ ਦੇ। ਪੂਰਿਆ ਗੁਰਾਂ ਦੇ ਗੁਣ ਪੂਰਿਆ ਗੁਰਾਂ ਦੇ। ਪੂਰਿਆ ਗੁਰਾਂ ਦੇ। ਪੂਰਿਆ ਗੁਰਾਂ ਦੇ। ਪੂਰਿਆ ਗੁਰਾਂ ਦੇ ਗੁਣ ਪੂਰਿਆ ਗੁਰਾਂ ਦੇ। ਪੂਰਿਆ ਗੁਰਾਂ ਦੇ। ਪੂਰਿਆ ਗੁਰਾਂ ਦੇ। ਪੂਰਿਆ ਗੁਰਾਂ ਦੇ ਗੁਣ ਪੂਰਿਆ ਗੁਰਾਂ। ਪੂਰਿਆ ਗੁਰਾਂ ਦੇ ਗੁਣ ਪੂਰਿਆ ਗੁਰਾਂ ਦੇ। ਪੂਰਿਆ ਗੁਣ ਪੂਰਿਆ ਗੁਰਾਂ ਦੇ। ਗਾਵੋ ਸੰਗ ਤੇ ਗੁਣ ਪੂਰਿਆ ਗੁਰਾਂ ਦੇ। ਗਾਵੋ ਸੰਗ ਤੇ ਗੁਣ ਪੂਰਿਆ ਗੁਰਾਂ ਦੇ। ਸੰਗ ਤੇ ਗੁਣ ਪੂਰਿਆ ਗੁਰਾਂ ਦੇ। ਗਾਵੋ ਸੰਗ ਤੇ ਗੁਣ ਪੂਰਿਆ ਗੁਰਾਂ ਦੇ। ਗਾਵੋ ਸੰਗ ਤੇ ਗੁਣ ਗੁਰਾਂ ਦੇ। ਗਾਵੋ ਸੰਗ ਤੇ ਗੁਣ ਪੂਰਿਆ ਗੁਰਾਂ ਦੇ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਧੰਨ ਸ੍ਰੀ ਗੁਰੂ ਨਾਨਕ ਦੇਵ ਜੀ। ਧੰਨ ਸ੍ਰੀ ਗੁਰੂ ਨਾਨਕ ਦੇਵ ਜੀ। ਗੁਰੂ ਨਾਨਕ ਦੇਵ ਜੀ। ਧੰਨ ਤੇਰੇ ਗੁਰੂ ਨਾਨਕ ਦੇਵ ਜੀ। ਧੰਨ ਤੇਰੇ ਗੁਰੂ ਨਾਨਕ ਦੇਵ ਜੀ। ਤੇਰੇ ਗੁਰੂ ਨਾਨਕ ਦੇਵ ਜੀ। ਧੰਨ ਸ੍ਰੀ ਗੁਰੂ ਨਾਨਕ ਦੇਵ ਜੀ। ਧੰਨ ਸ੍ਰੀ ਗੁਰੂ ਨਾਨਕ ਦੇਵ ਜੀ। ਤੇਰੇ ਗੁਰੂ ਨਾਨਕ ਦੇਵ ਜੀ। ਗੁਰੂ ਨਾਨਕ ਦੇਵ ਜੀ। ਗੁਰੂ ਨਾਨਕ ਦੇਵ ਜੀ। ਧੰਨ ਤੇਰੇ ਗੁਰੂ ਨਾਨਕ ਦੇਵ ਜੀ। ਹੋ ਰਹੀ ਹੈ ਤੇਰੀ ਜੈ ਜੈਕਾਰ। ਹੋ ਰਹੀ ਹੈ ਤੇਰੀ ਜੈ ਜੈਕਾਰ।
बाबा जय जयकार जय जयकार बाबा जय जयकार जयकार बाबा जय जयकार जय जयकार बाबा जय जयकार बाबा जय जयकार जय जयकार बाबा जय जयकार ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਧੰਨ ਸ੍ਰੀ ਗੁਰੂ ਦੇਵ ਜੀ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਵਾਹਿਗੁਰੂ 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 ਗੁਰੂ ਨਾਨਕ ਸਾਹਿਬ ਤੇਰੀ ਜੈ ਹੋਵੇ ਨਾਨਕ ਸਾਹਿਬ ਤੇਰੀ ਜੈ ਹੋਵੇ ਸਾਹਿਬ ਤੇਰੀ ਜੈ ਹੋਵੇ ਨਾਨਕ ਸਾਹਿਬ ਤੇਰੀ ਜੈ ਹੋਵੇ ਨਾਨਕ ਸਾਹਿਬ ਤੇਰੀ ਗੁਰੂ ਨਾਨਕ ਸਾਹਿਬ ਤੇਰੀ ਜੈ ਹੋਵੇ ਗੁਰੂ ਨਾਨਕ ਸਾਹਿਬ ਤੇਰੀ ਜੈ ਹੋਵੇ ਨਾਨਕ ਸਾਹਿਬ ਤੇਰੀ ਜੈ ਹੋਵੇ ਸਾਹਿਬ ਤੇਰੀ ਜੈ ਹੋਵੇ ਨਾਨਕ ਸਾਹਿਬ ਤੇਰੀ ਜੈ ਹੋਵੇ ਨਾਨਕ ਸਾਹਿਬ ਤੇਰੀ ਜੈ ਹੋਵੇ ਵਾਹਿਗੁਰੂ 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 ਅੱਜ ਲੱਗੀਆਂ ਰੌਣਕਾਂ ਤਾਰੀ ਵਿਤ ਨਨਕਾਣੇ ਦੇ ਲੱਗੀਆਂ ਰੌਣਕਾਂ ਪਾਰੀ ਵਿਤ ਨਨਕਾਣੇ ਦੇ ਲੱਗੀਆਂ ਰੌਣਕਾਂ ਤਾਰੀ ਰੌਣਕਾਂ ਤਾਰੀ ਵਿੱਚ ਨਨਕਾਣੇ ਦੇ ਲੱਗੀਆਂ ਰੌਣਕਾਂ ਪਾਰੀ ਵਿੱਚ ਨਨਕਾਣੇ ਦੇ ਲੱਗੀਆਂ ਰੌਣਕਾਂ ਪਾਰੀ ਵਿੱਚ ਨਨਕਾਣੇ ਲੱਗੀਆਂ ਰੌਣਕਾਂ ਪਾਰੀ ਨਨਕਾਣੇ ਲੱਗੀਆਂ ਰੌਣਕਾਂ ਪਾਰੀ ਵਿੱਚ ਨਨਕਾਣੇ ਲੱਗੀਆਂ ਰੌਣਕਾਂ ਪਾਰੀ ਵਿੱਚ ਨਨਕਾਣੇ ਦੇ ਲੱਗੀਆਂ ਰੌਣਕਾਂ ਪਾਰੀ ਵਿੱਚ ਨਨਕਾਣੇ ਦੇ ਲੱਗੀਆਂ ਰੌਣਕਾਂ ਪਾਰੀ ਵਿੱਚ ਨਨਕਾਣੇ ਲੱਗੀਆਂ ਰੌਣਕਾਂ
ਅੱਜ ਲੱਗੀਆਂ ਰੌਣਕਾਂ ਪਸਾਰੇ ਵਿੱਚ ਮਰਦਾਣੇ ਦੇ। ਸਤਿਗੁਰ ਨਾਨਕ ਪ੍ਰਗਟਿਆ, 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 ਪ੍ਰਗਟਿਆ, ਸਤਿਗੁਰ ਨਾਨਕ ਪ੍ਰਗਟਿਆ, ਪ੍ਰਗਟਿਆ, ਸਤਿਗੁਰ ਨਾਨਕ ਪ੍ਰਗਟਿਆ। ਮਿੱਟੀ ਧੁੰਦ ਜਗ ਚਾਨਣ ਹੋਆ, ਧੁੰਦ ਜਗ ਚਾਨਣ ਹੋਆ, ਧੁੰਦ ਜਗ ਚਾਨਣ ਹੋਆ, ਮਿੱਟੀ ਧੁੰਦ ਜਗ ਚਾਨਣ ਹੋਆ, ਜਗ ਚਾਨਣ ਹੋਆ, ਹੁਣ ਜਗ ਚਾਨਣ ਹੋਆ, ਹੁਣ ਜਗ ਚਾਨਣ ਹੋਆ, ਮਿੱਟੀ ਹੁਣ ਜਗ ਚਾਨਣ ਹੋਆ, ਨਣ ਹੋਆ, ਮਿੱਟੀ ਹੁਣ ਜਗ ਚਾਨਣ ਹੋਆ, ਹੁਣ ਜਗ ਚਾਨਣ ਹੋਆ, ਮਿੱਟੀ ਹੁਣ ਜਗ ਚਾਨਣ ਹੋਆ। ਗੁਰਮੁਖ ਕਾਲ ਵਿੱਚ ਪ੍ਰਗਟ ਹੋਆ, ਗੁਰਮੁਖ ਕਾਲ ਵਿੱਚ ਪ੍ਰਗਟ ਹੋਆ, ਵਿੱਚ ਪ੍ਰਗਟ ਹੋਆ, ਗੁਰਮੁਖ ਕਾਲ ਵਿੱਚ ਪ੍ਰਗਟ ਹੋਆ, ਗੁਰਮੁਖ ਕਾਲ ਵਿੱਚ, ਗੁਰਮੁਖ ਕਾਲ ਵਿੱਚ ਪ੍ਰਗਟ ਹੋਆ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਪੂਰਾ ਪ੍ਰਭ ਆਰਾਧਿਆ, ਪੂਰਾ ਜਾਗਾ ਨਾਮ, ਪੂਰਾ ਪ੍ਰਭ ਆਰਾਧਿਆ, ਪੂਰਾ ਜਾਗਾ ਨਾਮ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਪੂਰਾ ਪ੍ਰਭ ਆਰਾਧਿਆ, ਪੂਰਾ ਜਾ ਕਾ ਨਾਉ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਪਰਮ ਸਨਮਾਨਯੋਗ ਸਤਿਗੁਰਾਂ ਦੇ ਸਾਚੇ ਨਵਾਜੇ ਗੁਰੂ ਪਿਆਰੇ, ਗੁਰੂ ਸਵਾਰੇ ਖਾਲਸਾ ਸਾਧ ਸੰਗਤ ਜੀ, ਬਹੁਤ ਹੀ ਵੱਡਿਆਂ ਭਾਗਾਂ ਵਾਲੇ ਹਾਂ। ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਆਗਮਨ ਪੁਰਬ ਦੀ ਖੁਸ਼ੀ ਨੂੰ ਮੁੱਖ ਰੱਖਦੇ ਹੋਏ, ਪੂਰਨਮਾਸੀ ਦੇ ਦਿਹਾੜੇ ਨੂੰ ਮੁੱਖ ਰੱਖਦੇ ਹੋਏ, ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਟਾਈ, ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਹੋਏ। ਗੁਰਬਾਣੀ ਦੇ ਪ੍ਰਵਾਹ ਚੱਲ ਰਹੇ ਨੇ। ਸੋ ਗੁਰਮੁਖ ਪਿਆਰਿਓ, ਬੜੇ ਹੀ ਉਤਸ਼ਾਹ ਦੇ ਨਾਲ ਸੰਗਤਾਂ ਨੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾਏ ਨੇ। ਸੰਗਤਾਂ ਸੇਵਾਵਾਂ ਬੜੀ ਭਾਵਨਾ ਦੇ ਨਾਲ, ਸ਼ਰਧਾ ਦੇ ਨਾਲ ਸੰਗਤਾਂ ਸੇਵਾ ਕਰ ਰਹੀਆਂ ਨੇ। ਸੋ ਗੁਰਮੁਖ ਪਿਆਰਿਓ, ਸਤਿਗੁਰੂ ਜੀ ਮਿਹਰ ਕਰਨ, ਸਭ ਦੀਆਂ ਸੇਵਾਵਾਂ ਲੇਖੇ ਦੇ ਵਿੱਚ ਲਾਉਣ। ਸੋ ਸਭ ਦੇ ਘਰਾਂ ਦੇ ਵਿੱਚ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਖੁਸ਼ੀਆਂ ਬਖਸ਼ਿਸ਼ ਕਰਨ। ਸੋ ਗੁਰਮੁਖ ਪਿਆਰਿਓ, ਆਓ ਸਭ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਫਤਿਹ ਪਿਆਰ ਨਾਲ ਬੋਲੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੱਡ ਭਾਗੇ ਹਾਂ ਸਤ ਸੰਗਤ ਦੇ ਮਹਾਨ ਤੀਰਥ ਤੇ ਪਹੁੰਚੇ ਹਾਂ। ਸਤ ਸੰਗਤ ਦੀਆਂ ਅਮੋਲਕ ਘੜੀਆਂ ਪ੍ਰਾਪਤ ਹੋਈਆਂ ਨੇ।
ਸੋ ਗੁਰਮੁਖ ਪਿਆਰਿਓ, ਭਾਈ ਸਾਹਿਬ ਭਾਈ ਗੁਰਦਾਸ ਜੀ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਬਾਰੇ ਆਪਣੀਆਂ ਵਾਰਾਂ ਦੇ ਵਿੱਚ ਜ਼ਿਕਰ ਕਰਦੇ ਹਨ। ਬਾਬੇ ਤਾਰੇ ਚਾਰ ਚੱਕ, ਨੌਖੰਡ ਪ੍ਰਿਥਵੀ ਸੱਚਾ ਢੋਆ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਇਸ ਲੁਕਾਈ ਨੂੰ ਸਿੱਧੇ ਰਸਤੇ ਪਾਉਣ ਵਾਸਤੇ ਉਸ ਅਕਾਲ ਪੁਰਖ ਵਾਹਿਗੁਰੂ ਵੱਲੋਂ ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੂੰ ਧਰਤੀ ਦੀ ਪੁਕਾਰ ਸੁਣ ਕੇ ਭੇਜਣਾ ਕੀਤਾ, ਕਿਉਂਕਿ ਇਸ ਧਰਤੀ ਦੇ ਉੱਪਰ ਜ਼ਬਰ ਜ਼ੁਲਮ ਵੱਧ ਚੁੱਕਿਆ ਸੀ। ਆਪਾਂ ਪੜ੍ਹਦੇ ਹਾਂ ਨਾ, ਸਤਿਗੁਰ ਨਾਨਕ ਪ੍ਰਗਟਿਆ, ਮਿਟੀ ਧੁੰਦ ਜਗ ਚਾਨਣ ਹੋਆ। ਕਹਿੰਦੇ ਜਦੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਆਗਮਨ ਹੋਇਆ ਇਸ ਸੰਸਾਰ ਦੇ ਵਿੱਚ, ਉਸ ਸਮੇਂ ਧੁੰਦ ਫੈਲੀ ਹੋਈ ਸੀ। ਧੁੰਦ ਉਹ ਕਿਹੜੀ ਧੁੰਦ ਸੀ? ਪਾਪਾਂ ਦੀ, ਪਖੰਡਵਾਦ ਦੀ ਧੁੰਦ ਫੈਲੀ ਹੋਈ ਸੀ। ਜ਼ਬਰ ਜ਼ੁਲਮ ਧੱਕਾਸ਼ਾਹੀ ਹੋ ਰਿਹਾ ਸੀ। ਤੇ ਗੁਰਮੁਖ ਪਿਆਰਿਓ, ਹਨੇਰਾ ਜਿਹੜਾ ਹੁੰਦਾ, ਹਨੇਰੇ ਨੂੰ ਖਤਮ ਕੀਤਾ ਜਾ ਸਕਦਾ। ਹਨੇਰਾ ਹੋਵੇ ਇੱਥੇ ਤੇ ਇੱਕ ਛੋਟੀ ਜਿਹੀ ਲਾਈਟ ਆਪਾਂ ਲਾ ਲਈਏ ਤੇ ਉਹਦੇ ਨਾਲ ਚਾਨਣ ਹੋ ਜਾਂਦਾ। ਪਰ ਜਿਹੜੀ ਧੁੰਦ ਹੁੰਦੀ ਆ, ਧੁੰਦ ਆਪਾਂ ਵੇਖਦੇ ਹਾਂ ਕਿੱਡੀਆਂ ਕਿੱਡੀਆਂ ਵੱਡੀਆਂ 7 ਲਾਈਟਾਂ ਵੀ ਉੱਥੇ ਧੁੰਦ ਦੇ ਵਿੱਚ ਕਈ ਵਾਰੀ ਕੰਮ ਨਹੀਂ ਕਰਦਾ ਜਿੱਥੇ ਧੁੰਦ ਹੁੰਦੀ। ਇਸ ਕਰਕੇ ਗੁਰਮੁਖ ਪਿਆਰਿਓ, ਵੀ ਇੰਨੀ ਸੰਘਣੀ ਧੁੰਦ ਫੈਲੀ ਹੋਈ ਸੀ। ਅਵਤਾਰ ਬੜੇ ਆਏ ਇਸ ਦੁਨੀਆ ਦੇ ਵਿੱਚ, ਗੁਰੂ ਬਥੇਰੇ ਆਏ, ਅਵਤਾਰ ਪੈਗੰਬਰ ਆਏ, ਆਪੋ ਆਪਣੇ ਸਮੇਂ ਦੇ ਅਨੁਸਾਰ ਆਉਂਦੇ ਰਹੇ। ਪਰ ਗੁਰਮੁਖ ਪਿਆਰਿਓ, ਉਹ ਜਿਹੜੀ ਪਾਪਾਂ ਦੀ ਧੁੰਦ ਸੀ ਉਹ ਕਿਸੇ ਤੋਂ ਦੂਰ ਨਹੀਂ। ਫਿਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇਸ ਦੁਨੀਆ ਦੇ ਵਿੱਚ, ਸੰਸਾਰ ਦੇ ਵਿੱਚ ਆਏ। ਸਤਿਗੁਰ ਨਾਨਕ ਪ੍ਰਗਟਿਆ। ਭਾਈ ਗੁਰਦਾਸ ਜੀ ਕਹਿੰਦੇ ਨੇ, ਕਹਿੰਦੇ ਜਦੋਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਪ੍ਰਗਟ ਹੋਏ, ਮਿਟੀ ਧੁੰਦ ਜਗ ਚਾਨਣ ਹੋ। ਫਿਰ ਜਿਹੜੀ ਲੁਕਾਈ ਦੇ ਵਿੱਚ ਪਾਪਾਂ ਦੀ ਧੁੰਦ ਸੀ, ਵਕਾਰਾਂ ਦੀ ਧੁੰਦ ਸੀ, ਤੇ ਗੁਰਮੁਖ ਪਿਆਰਿਓ, ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਸੱਚ ਦਾ ਹੋਕਾ ਦਿੱਤਾ। ਦੁਨੀਆ ਦੇ ਵਿੱਚ ਆਪ ਪੈਦਲ ਚੱਲ ਕੇ ਸੱਚ ਦਾ ਪ੍ਰਚਾਰ ਕੀਤਾ। ਅਗਿਆਨਤਾ ਦੀ ਧੁੰਦ, ਤੇ ਗੁਰਮੁਖ ਪਿਆਰਿਓ, ਉਹ ਅਗਿਆਨਤਾ ਦੀ ਧੁੰਦ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਦੁਨੀਆ ਦੇ ਵਿੱਚ ਵਿਚਰ ਕੇ ਆਪ, ਤੇ ਗੁਰਮੁਖ ਪਿਆਰਿਓ, ਸਤਿਗੁਰਾਂ ਨੇ ਉਸ ਧੁੰਦ ਨੂੰ ਖਤਮ ਕੀਤਾ, ਚਾਨਣ ਕੀਤਾ। ਭਾਵ ਸਾਡੀ ਲੁਕਾਈ ਦੇ ਜਿਹੜੇ ਦਿਮਾਗ ਸੀ ਉਹ ਰੌਸ਼ਨ ਕੀਤੇ, ਉਹਨਾਂ ਦੇ ਵਿੱਚ ਚਾਨਣ ਕੀਤਾ। ਭਾਵ ਲੋਕਾਂ ਨੂੰ ਵਹਿਮਾਂ ਭਰਮਾਂ ਦੇ ਵਿੱਚੋਂ ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਕੱਢਿਆ। ਵੱਡੇ ਵੱਡੇ ਹੰਕਾਰੀਆਂ ਦੇ ਹੰਕਾਰ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਜੀ ਨੇ ਤੋੜੇ। ਹਮਜਾ ਗੌਸ ਵਰਗੇ ਪੀਰਾਂ ਨੂੰ ਸਮਝਾਇਆ। ਤੇ ਜਿਹੜੇ ਗੁਰਮੁਖ ਪਿਆਰਿਓ ਤਪੱਸਿਆ ਵੀ ਕਰਦੇ ਸੀ ਤੇ ਨਾਲ ਨਾਲ ਲੋਕਾਂ ਦਾ ਬੁਰਾ ਵੀ ਸੋਚਦੇ ਸੀ। ਹਮਜਾ ਗੌਸ ਪੀਰ, ਉਹ ਬੈਠਾ ਇੱਕ ਮਕਬਰੇ ਦੇ ਵਿੱਚ ਚਾਲੀਸਾ ਕੱਟ ਰਿਹਾ ਸੀ, ਇੱਕ ਨਗਰ ਨੂੰ ਖਤਮ ਕਰਨ ਦੇ ਵਾਸਤੇ। ਦੇਖੋ, ਕਰਦਾ ਜਪ ਤਪ ਤੇ ਲੋਕਾਂ ਨੂੰ ਖਤਮ ਕਰਨ ਵਾਸਤੇ। ਇਹੋ ਜਿਹੇ ਸਨ, ਉਹੋ ਜਿਹਾ ਨੂੰ ਸਿੱਧੇ ਰਸਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਪਾਇਆ। ਹਮਜਾ ਗੌਸ ਪੀਰ ਵਰਗੇ। ਫਿਰ ਬਲੀ ਭੰਡਾਰੀ ਕਿੱਡਾ ਹੰਕਾਰੀ ਸੀ। ਤੇ ਗੁਰਮੁਖ ਪਿਆਰਿਓ, ਜਿਸ ਪਹਾੜੀ ਦੇ ਉੱਪਰ ਰਹਿੰਦਾ ਸੀ ਉੱਥੇ ਪਾਣੀ ਦਾ ਸੋਮਾ ਸੀ, ਤੇ ਜੇ ਕੋਈ ਉਹਦੇ ਕੋਲ ਪਾਣੀ ਲੈਣ ਜਾਂਦਾ ਸੀ ਉਹਨੂੰ ਕਹਿੰਦਾ ਸੀ ਵੀ ਜਾਂ ਤਾਂ ਤੂੰ ਮੇਰਾ ਚੇਲਾ ਬਣ ਜਾ, ਫਿਰ ਤਾਂ ਪਾਣੀ ਲਿਜਾ ਸਕਦਾ, ਤੇ ਨਹੀਂ ਪਾਣੀ ਨਹੀਂ ਪੀ ਸਕਦਾ।
ਉਹ ਬੜੀ ਕੰਧਾਰੀ ਵਰਗਿਆਂ ਦੇ ਮਾਣ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਤੋੜੇ, ਹੰਕਾਰ ਤੋੜੇ ਉਹਨਾਂ ਦੇ। ਭੂਮੀਏ ਚੋਰ ਵਰਗਿਆਂ ਨੂੰ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਸਿੱਧੇ ਰਸਤੇ ਪਾਇਆ। ਸੱਜਣ ਠੱਗ ਵਰਗਿਆਂ ਨੂੰ ਸੱਜਣ ਬਣਾ ਦਿੱਤਾ। ਇੱਕੋ ਹੀ ਬਾਣੀ ਦੇ ਤੀਰ ਮਾਰੇ ਗੁਰੂ ਨਾਨਕ ਸਾਹਿਬ ਜੀ ਨੇ। ਇੰਨੀ ਸ਼ਕਤੀ ਸੀ ਉਹਨਾਂ ਦੇ ਬਚਨਾਂ ਦੇ ਵਿੱਚ, ਬੋਲਾਂ ਦੇ ਵਿੱਚ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਦ੍ਰਿਸ਼ਟੀ ਦੇ ਵਿੱਚ ਸ਼ਕਤੀ ਸੀ। ਤੇ ਗੁਰਮੁਖ ਪਿਆਰਿਓ, ਉਹਨਾਂ ਨੂੰ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਸਿੱਧੇ ਰਸਤੇ ਪਾਇਆ। ਤੇ ਇਹ ਜਿਹੜੀ ਧੁੰਦ ਸੀ ਲੁਕਾਈ ਦੇ ਵਿੱਚ, ਬਾਬਰ ਵਰਗਿਆਂ ਨੂੰ ਜਾਬਰ ਕਿਹਾ। ਉਸ ਸਮੇਂ ਦੇ ਜਿਹੜੇ ਹਾਕਮ ਸੀ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ, ਸੱਚ ਤੇ ਪਹਿਰਾ ਦਿੱਤਾ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਸੱਚ ਦਾ ਪ੍ਰਚਾਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਕੀਤਾ। ਇੱਕ ਪ੍ਰਮਾਤਮਾ ਦੀ ਗੱਲ ਕੀਤੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ। ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਲਿਖਿਆ, ਇੱਕ ਓੰਕਾਰ ਵੀ ਪਰਮੇਸ਼ਰ ਇੱਕ ਹੈ, ਅਕਾਲ ਪੁਰਖ ਪਰਮਾਤਮਾ ਇੱਕ ਹੈ, ਹੋਰ ਦੂਜਾ ਨਹੀਂ ਕੋਈ ਹੈ। ਇੱਕ ਨੂੰ ਮੰਨੋ, ਉਸ ਪਰਮਾਤਮਾ ਨੂੰ, ਪਰਮੇਸ਼ਰ ਨੂੰ। ਉਸ ਇੱਕ ਨੂੰ ਸਮਝਣ ਦੀ ਕੋਸ਼ਿਸ਼ ਕਰੋ ਵੀ ਉਸ ਇੱਕ ਵਰਗਾ ਹੋਰ ਕੋਈ ਨਹੀਂ ਹੈ। ਤੇ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਨੇ, ਗੁਰਮੁਖ ਪਿਆਰਿਓ, ਭਾਈ ਗੁਰਦਾਸ ਜੀ ਨੇ ਫਿਰ ਉਹਨਾਂ ਬਚਨਾਂ ਨੂੰ ਕਿਹਾ, ਸਤਿਗੁਰ ਨਾਨਕ ਪ੍ਰਗਟਿਆ ਮੇਰੀ ਧੁੰਦ ਜਗ ਚਾਨਣ ਹੋਆ। ਕਹਿੰਦੇ ਜਿਉਂ ਕਾ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ। ਜਿਵੇਂ ਜਿਹੜੇ ਦੱਸਦੇ ਨੇ ਵੀ ਤਾਰੇ ਦਿਨੇ ਵੀ ਹੁੰਦੇ ਨੇ, ਪਰ ਗੁਰਮੁਖ ਪਿਆਰਿਓ ਜਦੋਂ ਸੂਰਜ ਚੜ੍ਹਦਾ ਤੇ ਉਹ ਸੂਰਜ ਦਾ ਇੰਨਾ ਚਾਨਣ ਹੋਣ ਕਰਕੇ ਉਹ ਤਾਰੇ ਛਿਪ ਜਾਂਦੇ, ਦਿਸਦੇ ਨਹੀਂ, ਪਰ ਤਾਰੇ ਹੁੰਦੇ ਨੇ। ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ। ਤੇ ਗੁਰਮੁਖ ਪਿਆਰਿਓ, ਜਦੋਂ ਫਿਰ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਸੱਚ ਦੇ ਸੂਰਜ ਚੜ੍ਹੇ ਤੇ ਫਿਰ ਜਿਹੜੇ ਤਾਰਿਆਂ ਵਰਗੇ ਪਖੰਡੀ ਸਨ ਤੇ ਗੁਰਮੁਖ ਪਿਆਰਿਓ ਉਹ ਛਿਪ ਗਏ, ਉਸ ਸਮੇਂ ਉਹ ਖਤਮ ਹੋ ਗਏ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਪ੍ਰਕਾਸ਼ ਦੇ ਨਾਲ। ਭਰਮ ਭੁੱਲੀ ਲੁਕਾਈ ਨੂੰ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਨੇ ਸਿੱਧੇ ਰਸਤੇ ਪਾਇਆ। ਇਸੇ ਤਰ੍ਹਾਂ ਹੀ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਦੁਨੀਆ ਨੂੰ ਤਾਰਦੇ ਹੋਏ ਗੁਰਮੁਖ ਪਿਆਰਿਓ, ਬਾਬੇ ਤਾਰੇ ਚਾਰ ਚੱਕ, ਤਾਰੇ ਗਿਣੇ ਜਾਤ ਹੈ ਨਾ ਤਾਰੇ ਗਿਣੇ ਜਾਤ ਹੈ। ਕਹਿੰਦੇ ਅੰਬਰ ਦੇ ਤਾਰੇ ਹੋ ਸਕਦਾ ਹੈ ਮੁਮਕਿਨ ਵੀ ਕੋਈ ਗਿਣ ਲਵੇ, ਪਰ ਜਿੰਨੇ ਗੁਰੂ ਨਾਨਕ ਦੇਵ ਨੇ ਤਾਰੇ ਨੇ ਉਹਨਾਂ ਨੂੰ ਕੋਈ ਗਿਣ ਨਹੀਂ ਸਕਦਾ। ਬਾਬੇ ਤਾਰੇ ਚਾਰ ਚੱਕ, ਨੌ ਖੰਡ ਪ੍ਰਥਮੇ ਸੱਚਾ ਢੋਆ। ਤੇ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਸਾਰੀਆਂ ਥਾਵਾਂ ਤੇ ਗਏ, ਦੁਨੀਆ ਦਾ ਭਲਾ ਕਰਦੇ ਨੇ ਗੁਰੂ ਨਾਨਕ ਦੇ ਪਾਤਸ਼ਾਹ। ਨੁਸਹਿਰੇ ਨਗਰ ਦੇ ਵਿੱਚ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਪਹੁੰਚਦੇ ਆ। ਨੁਸਹਿਰਾ ਨਗਰ, ਉਸ ਨਗਰ ਦੇ ਵਿੱਚ ਗਏ। ਉੱਥੇ ਇੱਕ ਫਕੀਰ ਰਹਿੰਦਾ ਸੀ ਉਸ ਨਗਰ ਦੇ ਵਿੱਚ, ਪਰ ਗੁਰਮੁਖ ਪਿਆਰਿਓ ਉਹਦਾ ਲਿਬਾਸ ਜਿਹੜਾ ਸੀ ਉਹ ਫਕੀਰਾਂ ਵਾਲਾ ਸੀ। ਲਿਬਾਸ ਫਕੀਰਾਂ ਵਾਲਾ ਸੀ, ਭੇਖ ਫਕੀਰਾਂ ਵਾਲਾ ਸੀ, ਪਰ ਫਕੀਰ ਨਹੀਂ ਸੀ। ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਨੇ ਇਹੋ ਜਿਹੇ ਨੂੰ ਸਿੱਧੇ ਰਸਤੇ ਪਾਏ। ਕਈ ਭੇਖ ਬਣਾ ਲੈਂਦੇ ਨੇ ਪਰ ਅੰਦਰ ਕੁਝ ਨਹੀਂ ਹੁੰਦਾ। ਗੱਲ ਹੁੰਦੀ ਹੈ ਕਮਾਈ ਦੀ, ਸਿਮਰਨ ਦੀ, ਬੰਦਗੀ ਦੀ, ਨਿਤਨੇਮ ਦੀ ਗੱਲ। ਕੱਲੇ ਭੇਖ ਦੇ ਨਾਲ, ਚਿੰਨ੍ਹ ਧਾਰਨ ਦੇ ਨਾਲ ਕੋਈ ਬੰਦਾ ਧਰਮੀ ਨਹੀਂ ਹੋ ਸਕਦਾ। ਭੇਖ ਦੇ ਨਾਲ ਬੰਦਾ ਧਰਮੀ ਨਹੀਂ ਹੁੰਦਾ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਬਚਨ ਨੇ, ਭੇਖ ਦਿਖਾਏ ਜਗਤ ਕੋ ਲੋਕਨ ਕੋ ਬਸ ਕੀਨ। ਕਹਿੰਦੇ ਕਈ ਲੋਕ ਭੇਖ ਬਣਾਉਂਦੇ ਨੇ ਲੋਕਾਂ ਨੂੰ ਬਸ ਕਰਨ ਦੇ ਵਿੱਚ ਵਾਸਤੇ। ਭੇਖ ਦਿਖਾਏ ਜਗਤ ਕੋ ਲੋਕਨ ਕੋ ਬਸ ਕੀਨ, ਅੰਤ ਕਾਲ
ਕਾਤੀ ਕੱਟਿਓ ਬਾਸ ਨਰਕ ਮੋਲੀ। ਕਹਿੰਦੇ ਫਿਰ ਉਹਨਾਂ ਦਾ ਅੰਤਮ ਸਮਾਂ ਜਿਹੜਾ ਹੁੰਦਾ ਉਹ ਨਰਕਾਂ ਦੇ ਵਿੱਚ ਵਾਸਾ ਹੁੰਦਾ ਉਹਨਾਂ ਦਾ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਸਾਨੂੰ ਸੱਚ ਦੀ ਸੋਝੀ ਦਿੱਤੀ ਆ। ਐਡਾ ਖਜ਼ਾਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਨੂੰ ਬਖਸ਼ਿਆ। ਮਹਾਰਾਜ ਕਹਿੰਦੇ ਐਵੇਂ ਨਾ ਕਿਸੇ ਦੇ ਜਣੇ ਖਣੇ ਦੇ ਮਗਰ ਲੱਗਿਆ ਸਰੀ। ਆ ਬਾਣੀ ਨੂੰ ਪੜ੍ਹ, ਗੁਰਬਾਣੀ ਨੂੰ ਪੜ੍ਹ ਕੇ ਇਹਦੀ ਰੌਸ਼ਨੀ ਦੇ ਵਿੱਚ ਤੁਰ ਤੇ ਤੈਨੂੰ ਸੱਚ ਦੀ ਸੋਝੀ ਆ ਜਾਵੇ। ਪਰ ਨਹੀਂ ਤਾਂ ਦੁਨੀਆ ਦੇ ਵਿੱਚ ਇੰਨੇ ਠੱਗ ਫਿਰਦੇ ਨੇ, ਦੇਖੀ ਕਿਤੇ ਉਹਨਾਂ ਦੇ ਚੁੰਗਲ ਦੇ ਵਿੱਚ ਨਾ ਫਸ ਜਾਵੀਂ। ਰਾੜਾ ਸਾਹਿਬ ਵਾਲੇ ਮਹਾਂਪੁਰਖੇ ਧਾਰਨਾ ਪੜ੍ਹਦੇ ਹੁੰਦੇ ਸੀ, ਪੜ੍ਹੋ ਪਿਆਰ ਤੋਂ। ਫਿਰਦੇ ਠਗਵਾੜੇ ਨੇ, ਦੇਖੀ ਕਿਤੇ ਠੱਗਿਆ ਜਾਵੀਂ। ਫਿਰਦੇ ਠਗਵਾੜੇ ਨੇ, ਦੇਖੀ ਕਿਤੇ ਠੱਗਿਆ ਜਾਵੇ। ਠੱਗਿਆ ਜਾਵੀਂ। ਫਿਰਦੇ ਠਗਵਾੜੇ ਨੇ, ਦੇਖੀ ਕਿਤੇ ਠੱਗਿਆ ਜਾਵੀਂ। ਫਿਰਦੇ ਠਗਵਾੜੇ ਕਿਤੇ ਠੱਗਿਆ ਜਾਵੀਂ। ਫਿਰਦੇ ਠਗਵਾੜੇ ਨੇ, ਦੇਖੀ ਕਿਤੇ ਠੱਗਿਆ ਜਾਵੀਂ। ਫਿਰਦੇ ਠਗਵਾੜੇ ਨੇ, ਫਿਰਦੇ ਠਗਵਾੜੇ ਨੇ, ਦੇਖੀ ਕਿਤੇ ਠੱਗਿਆ ਜਾਵੇ। ਫਿਰਦੇ ਠਗਵਾੜੇ ਜੀ, ਦੇਖੀ ਕਿਤੇ ਠੱਗਿਆ ਜਾਵੇ। ਠਗਵਾੜੇ ਨੇ, ਦੇਖੀ ਕਿਤੇ ਠੱਗਿਆ ਜਾਵੀਂ। ਫਿਰਦੇ ਠਗਵਾੜੇ ਨੇ, ਦੇਖੀ ਕਿਤੇ ਠੱਗਿਆ ਜਾਵੀਂ। ਫਿਰਦੇ ਠਗਵਾੜੇ ਫਿਰਦੇ ਠਗਵਾੜੇ ਨੇ, ਦੇਖੀ ਕਿਤੇ ਠੱਗਿਆ ਜਾਵੀਂ। 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 ਕਿਤੇ ਠੱਗਿਆ ਜਾਵੀਂ। ਦੇਖੀ 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 ਕਿਤੇ ਠੱਗਿਆ ਜਾਵੀਂ। ਫਿਰਦੇ ਠਗਵਾੜੇ ਜੀ, ਦੇਖੀ ਕਿਤੇ ਠੱਗਿਆ ਜਾਵੀਂ। ਫਿਰਦੇ ਠਗਵਾੜੇ ਜੀ, ਦੇਖੀ ਕਿਤੇ ਠੱਗਿਆ ਜਾਵੀਂ। ਦੇਖੀ ਕਿਤੇ ਠੱਗਿਆ ਜਾਵੀਂ। ਫਿਰਦੇ ਠਗਵਾੜੇ ਜੀ, ਦੇਖੀ ਕਿਤੇ ਠੱਗਿਆ ਜਾਵੀਂ। ਫਿਰਦੇ ਠਗਵਾੜੇ ਜੀ, ਫਿਰਦੇ ਠਗਵਾੜੇ ਜੀ, ਕਿਤੇ ਠੱਗਿਆ ਜਾਵੀਂ। ਗੁਰਮੁਖ ਪਿਆਰਿਓ, ਅੱਜ ਦਾ ਸਮਾਂ ਜਿਹੜਾ ਕਲਯੁਗ ਦੇ ਸਮੇਂ ਦੇ ਵਿੱਚ ਆਪਾਂ ਵੇਖਦੇ ਹੀ ਹਾਂ, ਅੱਜ ਵੀ ਕਿੰਨੇ ਠੱਗ ਤੁਰੇ ਫਿਰਦੇ ਨੇ। ਤੇ ਗੁਰਮੁਖ ਪਿਆਰਿਓ, ਲਿਬਾਸ ਹੋਰ ਆ ਤੇ ਅੰਦਰ ਕੁਝ ਹੋਰ ਆ। ਇਹ ਉਸ ਪਹਿਲਾਂ ਦੇ ਚੱਲਦੇ ਆ ਰਹੇ ਨੇ। ਉਸ ਸਮੇਂ ਵੀ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਦੇ ਸਮੇਂ ਵੀ ਇਹੋ ਜਿਹੇ ਲੋਕ ਸਨ। ਤੇ ਗੁਰਮੁਖ ਪਿਆਰਿਓ, ਜਿਹੜੇ ਗੁਰਬਾਣੀ ਦੀ ਰੌਸ਼ਨੀ ਦੇ ਵਿੱਚ ਆਪਣੀ ਜ਼ਿੰਦਗੀ ਜਿਉਂਦੇ ਨੇ, ਜੀਵਨ ਜਾਂਚ ਗੁਰਬਾਣੀ ਤੋਂ ਸਿੱਖਦੇ ਨੇ, ਉਹ ਪਿਆਰਿਓ ਵੱਧ ਜਾਂਦੇ ਨੇ ਇਹਨਾਂ ਦੇ ਚੁੰਗਲ ਦੇ ਵਿੱਚ। ਨਹੀਂ ਤਾਂ ਗੁਰਮੁਖ ਪਿਆਰਿਓ, ਉਹ ਆਪ ਵੀ ਡੁੱਬ ਜਾਂਦੇ ਨੇ ਤੇ ਆਪਣੇ ਚੇਲਿਆਂ ਨੂੰ ਵੀ ਨਾਲ ਹੀ ਡੁੱਬ ਲੈਂਦੇ ਨੇ। ਅੱਗੇ ਵੀ ਆਪਾਂ ਕਈ ਵਾਰੀ ਉਹ ਸਾਖੀ ਪੜ੍ਹੀ ਆ। ਲਧਾਈ ਕੇ ਨਗਰ ਹੈ, ਸ਼ਾਇਦ ਮੋਗੇ ਜ਼ਿਲ੍ਹੇ ਦੇ ਵਿੱਚ ਪੈਂਦਾ ਨਗਰ ਇਹ ਲਧਾਈ। ਉਸ ਨਗਰ ਦੇ ਵਿੱਚ ਛੇਵੇਂ ਪਾਤਸ਼ਾਹ ਮਹਾਰਾਜ ਗਏ ਸੀ।
ਜਦੋਂ 6ਵੇਂ ਪਾਤਸ਼ਾਹ ਮਹਾਰਾਜ ਗਏ ਮੀਰੀ ਪੀਰੀ ਦੇ ਮਾਲਕ, ਉਹ ਨਗਰ ਦੇ ਲੋਕ ਜਿਹੜੇ ਸੀ ਉਹ 6ਵੇਂ ਪਾਤਸ਼ਾਹ ਮਹਾਰਾਜ ਦੇ ਕੋਲ ਆਏ। ਮਹਾਰਾਜ ਇੱਥੇ ਇੱਕ ਝਿੜੀ ਆ, ਉਹਦੇ ਵਿੱਚ ਬੜਾ ਵੱਡਾ ਇੱਕ ਸੱਪ ਰਹਿੰਦਾ, ਅਜਗਰ। ਸਾਡੇ ਲੋਕ ਬੜੇ ਡਰਦੇ ਨੇ ਉੱਥੇ। ਤੇ ਗੁਰਮੁਖ ਪਿਆਰਿਓ, ਜਦੋਂ ਫਿਰ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਗਏ, ਉਹ ਅਜਗਰ ਬੜਾ ਭਾਰੀ ਆ, ਇੱਕ ਥਾਂ ਤੇ ਪਿਆ। 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਨੇ ਜਾ ਕੇ ਆਪਣੇ ਚਰਨਾਂ ਦਾ ਅੰਗੂਠਾ ਉਸ ਸੱਪ ਦੇ ਜਦੋਂ ਨਾਲ ਲਾਇਆ, ਇਤਿਹਾਸ ਦੱਸਦਾ ਵੀ ਸੱਪ ਵਿਚਾਲਿਓਂ ਪਾਟ ਗਿਆ। ਅਜਗਰ ਸੱਪ ਸੀ ਜਿਹੜਾ ਵਿਚਾਲਿਓਂ ਪਾਟ ਗਿਆ, ਤੇ ਵਿਚਾਲਿਓਂ ਪਾਟਿਆ ਤੇ ਉਹਦੇ ਵਿੱਚੋਂ, ਸੱਪ ਦੇ ਵਿੱਚੋਂ ਕਿਰਮ ਨਿਕਲਦੇ ਨੇ, ਕੀੜੇ ਨਿਕਲ ਰਹੇ ਨੇ। ਸੰਗਤ ਹੈਰਾਨ ਹੈ, ਸਿੱਖ ਹੈਰਾਨ ਨੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਨਾਲ। ਪੁੱਛਿਆ ਮਹਾਰਾਜ ਵੀ ਇਹ ਕੀ ਕੌਤਕ ਹੈ? ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਉਹਦੀ ਆਤਮਾ ਜਗਾਈ। ਉਹ ਸੱਪ ਦੇ ਵਿੱਚੋਂ ਜਿਹੜੀ ਆਤਮਾ ਸੀ, ਉਹਦੀ ਆਵਾਜ਼ ਆਈ ਆ। ਉਹ ਆਵਾਜ਼ ਕੀ ਸੀ? ਕਹਿਣ ਲੱਗੇ ਵੀ ਮੈਂ ਇੱਕ ਮਹੰਤ ਸੀ। ਕਹਿੰਦੇ ਇੱਥੇ ਮਹੰਤ ਬਣਿਆ ਹੋਇਆ ਸੀ, ਬੰਦਗੀ ਨਹੀਂ ਕਰਦਾ ਸੀ, ਕਮਾਈ ਨਹੀਂ ਕਰਦਾ ਸੀ, ਸੇਵਾ ਸਿਮਰਨ ਨਹੀਂ ਸੀ ਕਰਦਾ, ਪਰ ਮੇਰੇ ਚੇਲੇ ਬੜੇ ਬਣਾਏ ਹੋਏ ਸੀ। ਉਹਨਾਂ ਚੇਲਿਆਂ ਤੋਂ ਮੈਂ ਮਾਇਆ ਲੈ ਕੇ ਉਹਨਾਂ ਨੂੰ ਠੱਗਦਾ ਸੀ, ਤੇ ਮਾਇਆ ਲੈ ਕੇ ਵਰਤਦਾ ਸੀ, ਖਾਂਦਾ ਸੀ, ਪਰ ਮੈਂ ਸੇਵਾ ਸਿਮਰਨ ਨਹੀਂ ਸੀ ਕਰਦਾ। ਤੇ ਮੈਂ ਸੱਪ ਦੀ ਜੂਨ ਦੇ ਵਿੱਚ ਪਿਆ, ਤੇ ਉਹ ਚੇਲੇ ਜਿਹੜੇ ਮੇਰੇ ਨੇ ਉਹ ਹੁਣ ਕੀੜੇ ਬਣ ਕੇ ਮੈਨੂੰ ਮੇਰੇ ਤੋਂ ਆਪਣਾ ਹਿਸਾਬ ਕਿਤਾਬ ਲੈ ਰਹੇ ਨੇ, ਮੈਨੂੰ ਖਾ ਰਹੇ ਨੇ ਅੰਦਰ। ਸੋ ਗੁਰਮੁਖ ਪਿਆਰਿਓ, ਇਹ ਸਾਖੀ ਦਾ ਭਾਵ ਇਹ ਆ ਬਈ ਠੱਗ ਬੜੇ ਹੁੰਦੇ ਨੇ ਪਰ ਉਹਨਾਂ ਨੂੰ ਸਜ਼ਾ ਮਿਲਦੀ ਆ, ਪਰ ਗੁਰਮੁਖ ਪਿਆਰਿਓ ਫਿਰ ਸਜ਼ਾ ਉਹਦੇ ਚੇਲਿਆਂ ਨੂੰ ਵੀ ਨਾਲ ਮਿਲਦੀ ਹੈ। ਇਸ ਕਰਕੇ ਆਪਾਂ ਕਲਯੁਗ ਦੇ ਸਮੇਂ ਦੇ ਵਿੱਚ ਦੇਖੀ ਕਿਤੇ ਆਪਾਂ ਵੀ ਨਾ ਠੱਗੇ ਜਾਈਏ ਇਹੋ ਜਿਹਿਆਂ ਦੇ ਮਗਰ ਲੱਗ ਕੇ। ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਅਵਤਾਰ ਪੁਰਬ ਮਨਾਉਣ ਦਾ, ਦਿਹਾੜੇ ਮਨਾਉਣ ਦਾ ਫੇਰ ਹੀ ਫਾਇਦਾ ਹੈ ਜੇ ਅਸੀਂ ਉਹਨਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਿਹੜੇ ਰਸਤੇ ਤੇ ਸਾਨੂੰ ਤੋਰਿਆ, ਸੱਚ ਦੇ ਨਾਲ ਜੋੜਿਆ, ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜ ਕੇ ਗਏ ਨੇ, ਸ਼ਬਦ ਗੁਰੂ ਦੇ ਨਾਲ ਜੋੜ ਕੇ ਗਏ ਨੇ। ਆਪਾਂ ਵੀ ਗੁਰੂ ਗ੍ਰੰਥ ਸਾਹਿਬ ਸ਼ਬਦ ਗੁਰੂ ਦੇ ਨਾਲ ਜੁੜੀਏ। ਤੇ ਦੇਖੀ ਕਿਤੇ ਗੁਰਮੁਖ ਪਿਆਰੋ, ਆਪਾਂ ਵੀ ਨਾ ਕਿਤੇ ਉਹ ਜਿਵੇਂ ਸੱਪ ਬਣ ਕੇ ਉਹਦੇ ਚੇਲੇ ਕੀੜੇ ਬਣੇ ਨੇ, ਆਪਣੀ ਵੀ ਕਿਤੇ ਉਹ ਹਾਲਤ ਨਾ ਬਣ ਜਾਵੇ। ਗੁਰੂ ਦੇ ਸੱਚੇ ਗਿਆਨ ਦੇ ਨਾਲੋਂ ਟੁੱਟ ਕੇ ਇਹ ਹਾਲਤ ਬਣ ਜਾਂਦੀ ਹੈ। ਇਸ ਕਰਕੇ ਗੁਰਮੁਖ ਪਿਆਰੋ, ਜੁੜੀਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਲ। ਹਾਂ, ਸੰਤ ਮਹਾਂਪੁਰਖ ਦੀ ਆਪਾਂ ਉਹਨਾਂ ਬਾਰੇ ਪਹਿਲਾਂ ਗੁਰਬਾਣੀ ਦੀ ਕਸਵੱਟੀ ਦੇ ਆਧਾਰ ਤੇ ਉਹਨਾਂ ਨੂੰ ਵੇਖੋ, ਪਰਖ ਕਰਨੀ ਚਾਹੀਦੀ ਹੈ। ਪਰਖ ਕਰਨੀ ਚਾਹੀਦੀ ਹੈ। ਰਾਜੇ ਸਗਨਾਵ ਨੇ ਪਰਖ ਕੀਤੀ ਸੀ ਗੁਰੂ ਨਾਨਕ ਸਾਹਿਬ ਦੀ। ਰਾਜਾ ਸਗਨਾਵ ਸੀ ਜਿਹੜਾ, ਉਹਨੇ ਵੀ ਪਰਖ ਕੀਤੀ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਦੀ। ਫੇਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਦੇ ਲੜ ਲੱਗਿਆ ਸੀ। ਤੇ ਗੁਰਮੁਖ ਪਿਆਰਿਓ, ਇਸ ਤਰ੍ਹਾਂ ਆਪਾਂ ਨੂੰ ਵੀ ਪਰਖ ਕਰਨੀ ਚਾਹੀਦੀ ਆ। ਐਵੇਂ ਜੜੇ ਖੜੇ ਦੇ ਮਗਰ ਨਾ ਲੱਗ ਜਾਈਏ। ਜਿਹੜੇ ਰੱਬ ਦੇ ਪਿਆਰੇ ਨੇ, ਮਹਾਂਪੁਰਖ ਹੋਏ ਨੇ, ਉਹਨਾਂ ਦਾ ਸਤਿਕਾਰ ਵੀ ਜ਼ਰੂਰੀ ਹੈ। ਧੰਨ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਕਲੇਰਾਂ ਵਾਲੇ, ਸੰਤ ਮਹਾਰਾਜ ਈਸਰ ਸਿੰਘ ਜੀ ਰਾੜਾ ਸਾਹਿਬ ਵਾਲੇ ਮਹਾਂਪੁਰਖ ਹੋਏ ਨੇ। ਗੁਰਮੁਖ ਪਿਆਰਿਓ, ਕਮਾਈਆਂ ਵਾਲੇ ਹੋਏ ਨੇ। ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ ਹੋਏ ਨੇ। ਜਿਹੜੇ ਸੁੱਤੇ ਪਏ ਗੁਰਮੁਖ ਪਿਆਰਿਓ ਬਾਣੀ ਪੜ੍ਹੀ ਜਾਂਦੇ ਸੀ ਤੇ ਸਿੰਘ ਪੋਥੀਆਂ ਲੈ ਕੇ ਨਾਲ ਬੈਠ ਜਾਂਦੇ ਸੀ। ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਬਾਬਾ ਆਨੰਦ ਸਿੰਘ ਜੀ ਵਰਗਾ ਦੁਨੀਆ ਦੇ ਵਿੱਚ ਨਾ ਕੋਈ ਕਰ ਸਕਿਆ, ਨਾ ਕਰ ਸਕੇ। ਪ੍ਰਤੱਖ ਹਾਜ਼ਰ ਸਮਝਦੇ ਸਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਤੇ ਗੁਰਮੁਖ ਪਿਆਰਿਓ, ਬਾਬਾ ਧੰਨ ਬਾਬਾ ਈਸਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲਿਆਂ ਨੇ ਆਪਣੀ ਸਾਰੀ ਜ਼ਿੰਦਗੀ ਸਿੱਖੀ ਦਾ ਪ੍ਰਚਾਰ, ਗੁਰੂ ਨਾਨਕ ਸਾਹਿਬ ਦੀ ਸਿਫਤ ਕੀਤੀ ਜਾਂਦਾ। ਇਸ ਕਰਕੇ ਇਹੋ ਜਿਹੇ ਮਹਾਂਪੁਰਖਾਂ ਦੀ ਸੰਗਤ ਕਰੀਏ ਜਿਹੜੇ ਆਪ ਵੀ ਤਰੇ ਨੇ ਤੇ ਹੋਰਾਂ ਨੂੰ ਵੀ ਤਾਰ ਕੇ ਲੈ ਗਏ ਨੇ। ਉਹਨਾਂ ਦੀ ਸੰਗਤ ਕਰਕੇ ਗੁਰਮੁਖ ਪਿਆਰੋ ਅੱਜ ਸੰਤ ਮਹਾਂਪੁਰਖ ਬਣ ਗਏ। ਸੋ ਇਹੋ ਜਿਹੇ ਮਹਾਂਪੁਰਖਾਂ ਦੀ ਸੰਗਤ ਕਰੀਏ ਜਿਹੜੇ ਸਾਨੂੰ ਗੁਰੂ ਦੇ ਨਾਲ ਜੁੜਨ। ਪਰ ਗੁਰਮੁਖ ਪਿਆਰੋ, ਕਿਸੇ ਦੇ ਸਰੀਰ ਨਾਲ ਨਾ ਜੁੜੀਏ, ਕਿਸੇ ਦੀ ਦੇਹ ਦੇ ਨਾਲ ਨਾ ਜੁੜੀਏ।
ਦੇ ਕਿਸੇ ਦੀ ਵੀ ਹੋਵੇ, ਪਰ ਰੱਬ ਦੇ ਪਿਆਰਿਆਂ ਨਾਲ ਦੋਸਤੀ ਕਰਨੀ ਆ। ਗੁਰਬਾਣੀ ਦੇ ਵਿੱਚ ਬਚਨ ਹੁੰਦੇ ਨੇ, ਸਤਿਗੁਰ 100 ਗੁਰਮੁਖ 100 ਕਰ ਦੋਸਤੀ, ਸਤਿਗੁਰ 100 ਲਾਇ ਚਿੱਤ। ਚਿੱਤ ਸਤਿਗੁਰੂ ਨਾਲ ਜੋੜਨਾ ਤੇ ਗੁਰਮੁਖਾਂ ਨਾਲ ਦੋਸਤੀ। ਗੁਰਮੁਖ ਉਹ ਹੋਵੇ ਜਿਹੜਾ ਗੁਰੂ ਦੇ ਨਾਲ ਜੋੜੇ, ਆਪਣੇ ਸਰੀਰ ਨਾਲ ਨਾ ਜੋੜੇ। ਉਹੋ ਜਿਹੇ ਗੁਰਮੁਖਾਂ ਨਾਲ ਦੋਸਤੀ ਕਰੀਏ ਜਿਹੜਾ ਗੁਰੂ ਨਾਲ। ਹੁਣ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਗਏ ਦੁਸਹਿਰੇ ਪਿੰਡ ਦੇ ਵਿੱਚ। ਉੱਥੇ ਜਿਹੜਾ ਉਹ ਫਕੀਰ ਸੀ ਪਖੰਡ ਕਰਦਾ ਸੀ। ਪਖੰਡ ਕੀ ਕਰਦਾ ਸੀ? ਗੁਰਮੁਖ ਪਿਆਰਿਓ, ਔਰਤਾਂ ਵਾਲੇ ਕੱਪੜੇ ਪਾਉਂਦਾ ਸੀ। ਔਰਤਾਂ ਵਾਲੇ ਕੱਪੜੇ ਪਾਉਣੇ ਤੇ ਔਰਤਾਂ ਵਾਲੇ ਕੱਪੜੇ ਪਾ ਕੇ ਕਹਿੰਦਾ ਸੀ ਵੀ ਮੈਨੂੰ ਅੱਜ 100 ਦੀ ਪ੍ਰਾਪਤੀ ਹੋਣੀ ਹੈ। ਮਤਲਬ ਕਿ ਮੈਨੂੰ ਅੱਜ ਪਤੀ ਮਿਲਣਾ, ਪ੍ਰਮਾਤਮਾ ਮਿਲਣਾ। ਕਹਿੰਦਾ ਮੈਨੂੰ 100 ਪਤੀ ਮਿਲਣਾ। ਉਹਦਾ ਨਾਂ ਹੀ ਇਤਿਹਾਸ ਦੇ ਵਿੱਚ 100 ਸੁਹਾਗਣ ਲਿਖਿਆ। ਕਹਿੰਦਾ ਮੈਨੂੰ ਅੱਜ 100 ਦੀ ਪ੍ਰਾਪਤੀ ਹੋਣੀ ਆ। ਲੋਕਾਂ ਦੇ ਵਿੱਚ ਪ੍ਰਚਾਰ ਕਰਾਤਾ। ਭੋਰੇ ਦੇ ਵਿੱਚ ਬੈਠਾ ਸੀ ਤੇ ਕਹਿੰਦਾ ਮੈਨੂੰ 100 ਦੀ ਪ੍ਰਾਪਤੀ ਹੋਣੀ ਆ। ਪਰ ਫਕੀਰ ਨਹੀਂ ਸੀ, ਕੁਕਰਮੀ ਸੀ। ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਉਹਦਾ ਭਲਾ ਕਰਨ ਵਾਸਤੇ ਉਹਦੇ ਡੇਰੇ ਚਲੇ ਗਏ। ਉੱਥੇ ਮੇਲਾ ਲੱਗਿਆ, ਬੜੀ ਭੀੜ ਆ। ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਬਾਲਾ ਤੇ ਮਰਦਾਨਾ ਜੀ ਨਾਲ ਨੇ। ਜਦੋਂ ਗਏ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ, ਜਿਹੜੇ ਉਹਦੇ ਮੁਰੀਦ ਸੀ ਨਾ, ਉਹਨਾਂ ਨੂੰ ਗੁਰੂ ਨਾਨਕ ਸਾਹਿਬ ਮਿਲੇ। ਮਹਾਰਾਜ ਕਹਿੰਦੇ ਭਾਈ ਅਸੀਂ 100 ਸੁਹਾਗਣ ਨੂੰ ਮਿਲਣਾ। ਉਹ ਕਹਿੰਦੇ ਜੀ ਅੱਜ ਨਹੀਂ, ਕਹਿੰਦੇ 100 ਸੁਹਾਗਣ ਤੁਹਾਨੂੰ ਮਿਲਦਾ। ਕਹਿੰਦੇ ਅੱਜ ਤੁਹਾਨੂੰ 100 ਦੀ ਪ੍ਰਾਪਤੀ ਹੋਣੀ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਪੁੱਛੋ ਜਾ ਕੇ ਉਹਨੂੰ ਪੁੱਛਿਆ 100 ਸੁਹਾਗਣ ਨੂੰ ਆਵਾਜ਼ ਦਿੱਤੀ। ਉਹ ਕਹਿੰਦਾ ਵੀ ਅੱਜ ਨਹੀਂ ਮੈਂ ਮਿਲਣਾ, ਵਾਪਸ ਕਰ ਦਿਓ, ਮੋੜ ਦਿਓ ਇਹਨਾਂ ਨੂੰ। ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਗੁਰਮੁਖ ਪਿਆਰਿਓ ਉੱਥੋਂ ਵਾਪਸ ਮੁੜੇ ਤੇ ਭਾਈ ਮਰਦਾਨਾ ਜੀ ਨਾਲ ਨੇ। ਮਰਦਾਨਾ ਜੀ ਕਹਿਣ ਲੱਗੇ ਮਹਾਰਾਜ ਉਹਨਾਂ ਨੇ ਆਪਣਾ ਨਿਰਾਦਰ ਕੀਤਾ ਹੈ। ਤੇ ਮਹਾਰਾਜ ਕਹਿਣ ਲੱਗੇ ਮਰਦਾਨਾ ਦੇਖੀ ਚੱਲ ਰੰਗ ਕਰਤਾਰ ਤੇ ਬਣਦਾ ਕੀ ਹੈ। ਬੜੀ ਭੀੜ ਆ, ਮੇਲਾ ਲੱਗਿਆ। ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਉੱਥੋਂ ਚਲੇ ਗਏ ਤੇ ਗੁਰਮੁਖ ਪਿਆਰਿਓ ਇਹਦੇ ਨੂੰ ਕੀ ਹੋਇਆ? ਉੱਥੇ ਮੇਲੇ ਦੇ ਵਿੱਚ 2 ਧੜਿਆਂ ਦੀ ਆਪਸ ਦੇ ਵਿੱਚ ਲੜਾਈ ਹੋਈ। ਲੜਾਈ ਹੋਈ ਤੇ ਉਹ ਲੜਦੇ ਲੜਦੇ ਜਿਹੜੇ ਕਮਰੇ ਦੇ ਵਿੱਚ ਭੋਰੇ ਦੇ 100 ਸੁਹਾਗਣ ਸੀ ਤੇ ਉਹਦੇ ਗੇਟ ਦੇ ਵਿੱਚ ਵੱਜੇ ਤੇ ਲੜਦੇ ਲੜਦੇ ਗੇਟ ਦੇ ਵਿੱਚ ਵੱਜਣ ਕਰਕੇ ਉਹ ਜਿਹੜਾ ਤਖਤਾ ਸੀ, ਗੇਟ ਸੀ, ਉਹਦਾ ਟੁੱਟ ਗਿਆ। ਦਰਵਾਜ਼ਾ ਉਹਦੇ ਭੋਰੇ ਦਾ ਦਰਵਾਜ਼ਾ ਟੁੱਟਿਆ ਤੇ ਉੱਥੇ ਫਿਰ ਉਹ 100 ਸੁਹਾਗਣ ਦਾ ਪਾਜ ਉਗੜਿਆ। ਉਹ ਉਸ ਕਮਰੇ ਦੇ ਵਿੱਚ ਗੁਫਾ ਦੇ ਵਿੱਚ ਵਿਚਾਰ ਕਰ ਰਿਹਾ ਸੀ ਕਿਸੇ ਔਰਤ ਨਾਲ ਤੇ ਉਹਨਾਂ ਨੇ ਵੇਖਿਆ ਤੇ ਉਹ 2 ਧੜੇ ਜਿਹੜੇ ਲੜਦੇ ਸੀ ਉਹਨੇ ਆਪਦੀ ਲੜਾਈ ਛੱਡ ਕੇ 100 ਸੁਹਾਗਣ ਦੇ ਮਗਰ ਪੈ ਗਏ। ਉਹਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਵੀ ਇੱਥੇ ਤਾਂ ਮੇਲਾ ਲੱਗਿਆ 100 ਸੁਹਾਗਣ ਦੇ ਨਾਂ ਤੇ ਅੱਜ ਜਿਹਨੂੰ ਅੱਜ ਰੱਬ ਦੀ ਪ੍ਰਾਪਤੀ ਹੋਣੀ ਹੈ, ਕਿੰਨੇ ਗਲਤ ਕੰਮ ਕਰ ਰਿਹਾ ਤੇ ਲੋਕਾਂ ਨੂੰ ਠੱਗ ਰਿਹਾ। ਤੇ ਗੁਰਮੁਖ ਪਿਆਰਿਓ ਉਸ ਸਮੇਂ ਉਹ ਭੀੜ ਦੇ ਵਿੱਚ ਇੰਨਾ 100 ਸੁਹਾਗਣ ਦੇ ਕੁੱਟ ਕਟਾਪਾ ਉਸ ਸਮੇਂ ਉਹਨਾਂ ਲੋਕਾਂ ਨੇ ਕੀਤਾ। ਉਹਨੂੰ ਡੇਰੇ ਦੇ ਵਿੱਚੋਂ ਕੱਢ ਦਿੱਤਾ ਗਿਆ। 100 ਸੁਹਾਗਣ ਡੇਰੇ ਤੋਂ ਕੱਢਿਆ। ਉੱਥੇ ਮੇਲਾ ਵੀ ਲੱਗਣੋਂ ਹਟ ਗਿਆ, ਸਭ ਕੁਝ ਉਜਾੜ ਹੋ ਗਿਆ। 100 ਸੁਹਾਗਣ ਦੇ ਡੇਰੇ ਤੇ ਦੇਖੋ ਕਿਵੇਂ ਗੁਰੂ ਨਾਨਕ ਸਾਹਿਬ ਭਲਾ ਕਰਦੇ ਆ। ਸਮਾਂ ਲੱਗਿਆ 1 ਸਾਲ ਬਾਅਦ ਫਿਰ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਉਸੇ ਨਗਰ ਦੇ ਵਿੱਚ ਆਏ। ਉਸ ਨਗਰ ਦੇ ਵਿੱਚ ਆਏ, ਉੱਥੇ ਇੱਕ ਬਿਰਧ ਮਾਤਾ ਸੀ। ਉਹ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਨੂੰ ਯਾਦ ਕਰਦੀ ਸੀ। ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਧਿਆਨ ਧਰਦੀ ਸੀ। ਗੁਰੂ ਨਾਨਕ ਸਾਹਿਬ ਪਾਤਸ਼ਾਹ ਨੂੰ ਯਾਦ ਕਰਦੀ ਸੀ ਕਿਤੇ ਮੈਨੂੰ ਆ ਕੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਦਰਸ਼ਨ ਬਖਸ਼ਣ, ਦਰਸ਼ਨ ਦੇਣ, ਮੇਰਾ ਭਲਾ ਹੋ ਜਾਵੇ। ਗੁਰਮੁਖ ਪਿਆਰਿਓ ਜਿਹੜਾ ਵੀ ਕੋਈ ਯਾਦ ਕਰਦਾ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ, ਸਤਿਗੁਰੂ ਉਹਨਾਂ ਦੀਆਂ ਭਾਵਨਾਵਾਂ ਨੂੰ ਜ਼ਰੂਰ ਫਲ ਲਾਉਂਦੇ। ਕੋਈ ਭਾਵਨਾ ਬਣਾਵੇ ਸਤਿਗੁਰੂ ਸੱਚੇ ਪਾਤਸ਼ਾਹ ਪੂਰੀਆਂ ਕਰਦੇ ਨੇ। ਤੇ ਉਸ ਮਾਈ ਜਿਹੜੀ ਸੀ ਉਹ ਜਦੋਂ ਗੁਰੂ ਸਾਹਿਬ ਜੀ ਨੂੰ ਯਾਦ ਕਰ ਰਹੀ ਹੈ ਤੇ ਗੁਰੂ ਸਾਹਿਬ ਦੀ ਪੁਕਾਰ ਸੁਣ ਕੇ ਗੁਰੂ ਨਾਨਕ ਦੇਵ ਪਾਤਸ਼ਾਹ
फिर दोबारा उस नगर के 100 सुहागण के नगर के गुरु नानक साहब उस बिरध माता के घरे आए। उस बिरध माता के घरे जो गुरु नानक साहब आए तो उत्थे एक पिंगला आ गया, तो लत्तां तो तुरया नहीं जाता सी, वो रड़ के गुरु नानक साहब जी के कोल आया। गुरु नानक साहब महाराज के कोल आया तो सतगुरु सच्चे पातशाह महाराज जी ने ऐसी मेहर की ते गुरमुख प्यारे दी दोवें लत्तां ही ठीक हो गई। आखो सतनाम श्री गुरु, दोवें लत्तां ठीक हो गई। अज असीं कह दिंदे भी करामात नहीं हुंदी। गुरमुख प्यारे आम साडे विच गल्लां प्रचलित हो गईयां ने, क्योंकि असीं हर एक नूं सुणी जांदे आ ते फिर जिहो जिहा सुणदे आ साडे भी दिमाग उहो जी बन जांदे आ। तुसीं सरदा वालिआं नूं सुणन लग जाओ, तुहाडे अंदर सरदा पैदा हो जावेगी। महापुरखों का जीवन पढ़िया करो, जिथों साडे अंदर सरदा बनती है। जिन्हां दी सरदा सी उहो जिहा जीवन पढ़ीदा हुंदा, सुनना भी सानूं उन्हां नूं चाहीदा। जदों असीं जिन्हां दी आपदी सरदा नहीं हुंदी, कोई अज हरमंदर साहब ते तर्क करदा, कोई सरोवर ते तर्क करदा, कोई इतिहास ते किंतु करदा, इतिहास ते तर्क करदा, कोई गुरु ग्रंथ साहब ते तर्क करदा। तर्क दा की है गुरमुख प्यारे, जिन्नियां मर्जी तर्क करी चलीए, पर गुरमुख प्यारो सच भी है। सच नूं कोई मेट नहीं सकता। अज भी आपां देखदे हां सचखंड श्री हरमंदर साहब जी दे विच किन्नियां उत्थे बख्शिशां हुंदियां ने। ठीक है, भावें उत्थे बैठे लोटू ने, पर गुरमुख प्यारो गुरु साहब के स्थानां 'च तां उन्नी शक्ति आ, वो तां उत्थे हाजर नाजर ने। गुरु साहब किन्ने ने जिन्हां नूं अखां तो दिसदा नहीं सी, दिसण लग गया। आ थोड़े समय की गल ही आ, बाबा गुरदित्ता जी का स्थान कीर्तिपुर साहब, गुरमुख प्यारे कोई रब का प्यारा सी, गुंगा सी मूँह तो, वो झाड़ू मारदा सी रोज जाके, झाड़ू मारना मुक्ति ਉਹਦੇ अंदरों वाहिगुरू वाहिगुरू बोलना। एक दिन ऐसी कृपा हुई, झाड़ू मारदा मारदा उच्ची उच्ची बोलण लग पिया, आवाज़ निकले अंदरों। अज भी उत्थे करामातां इहो जिहियां बख्शिशां हुंदियां ने, पर हुंदी ओहदी किरपा ही है। ये नहीं पता किहदे ते कदों किरपा हो जाए। इस करके सरदा बनाइए, सरदा दे विच बड़ा कुछ हुंदा। ते गुरमुख प्यारिओ, आ अख साडी छोटी जिहा बड़ी दूर तक देखदी है। ये देखदी उन्ना चिर है जिन्ना चिर अख दे विच कख नहीं पैंदा। जिस दिन अख दे विच कख पै गया ते गुरमुख प्यारो सानूं अपने हाथ ही नहीं दिसदे। सरदा दी अख लैके गुरु नानक दे दर ते आइए, फिर बड़ा कुछ नज़र आउंदा है। ते जे तुसीं तर्क लैके आ गए, तर्क तां जिन्नियां मर्जी करी चलो, यार मन लै क्यों पाया इन्ना सोहना, आ चाननी लाउण दा की फायदा, एसी लाउण दा की फायदा, तर्क ही ने जिन्नियां मर्जी करी चलो। पर गुरमुख प्यारिओ सरदा बनाइए गुरु दे उपर। वो सरदा दे नाल आया, गुरु नानक साहब दे दर्शन कीते बिरध माता दे घरे नौशहरे नगर दे विच, ओहदा पिंगलापन दूर हो गया, लत्तां दूर हो गईयां, ते नाल दी बुद्धि जिहड़ी पिंगली सी वो भी गुरमुख प्यारे सतगुरु ने बदल दित्ती ते सोझी करवा दित्ती, ज्ञान बख्श दित्ता, नाम दे नाल जोड़ दित्ता। ते गुरु नानक साहब ने कहा, देखो किवें गुरमुख प्यारिओ, कहते बुरिया नाल भी नेकी करनी, ये गुरु नानक ही जानदा। गुरु नानक जानदा बुरिया नाल भी नेकी करनी। ते नहीं तो गुरमुख प्यारो, असीं किसी की कोई गल वेख लीए या सुन लीए, फिर पूरी खिलार के हटदे हैं, फिर रोटी नहीं हाजम होनी सकती। किसी की गल के उपर पर्दा पाउणा, ये किसे किसे दी बख्शिश हुंदी है। गुरमुख प्यारे अखां दे सामने वेख के जरना बड़ा औखा है, किसी के हिस्से आउंदा। ये गुरु नानक साहब सच्चे पातशाह जी सन। अज देखो पहला वह पाज उकड़िया, अज वो सीधे रास्ते पाउण गए ने 100 सुहागण नूं। गुरु नानक दे पातशाह महाराज वो जिहड़ा पिंगला सी, ओहदियां लत्तां ठीक होईयां, तुरन लग गया। ते गुरु नानक साहब कहण लगे, हुण किसी नूं जाके ये ना दसी भी मेरियां लत्तां किहने ठीक कीतियां, जे तैनूं कोई पुछे भी किहने लत्तां ठीक करियां, कहंदे तूं कहीं मेरियां लत्तां 100 सुहागण ने ठीक। ये बचन कहना कि मेरियां लत्तां 100 सुहागण ने ठीक कीतियां। ते गुरमुख प्यारिओ, वो जिहड़ा पिंगला सी उहने 100 सुहागण नूं वेखिया नहीं सी। मेले दे विच भी सारे लोकां ने 100 सुहागण नूं कोई गलत काम करदे नूं वेखिया नहीं सी, थोड़े लोकां ने वेखिया सी।
ਤੇ ਥੋੜੇ ਸਮੇਂ ਦੇ ਵਿੱਚ ਹੀ ਗੁਰਮੁਖ ਪਿਆਰਿਓ ਉਹਦੀ ਕਿੰਨੀ ਬੇਇੱਜ਼ਤੀ ਹੋਈ। ਤੇ ਅੱਜ ਦਾ ਭਲਾ ਵੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਰਨ ਆਏ ਨੇ। ਕਹਿਣ ਲੱਗੇ ਜਾ ਕੇ ਦੱਸੀ ਵੀ ਇਹ ਲੱਤਾਂ ਮੇਰੀਆਂ ਸੌ ਸੁਹਾਗਣ ਨੇ ਠੀਕ ਕੀਤੀਆਂ। ਤੇ ਜੇ ਕੋਈ ਉਹਨੂੰ ਪੁੱਛਦਾ ਵੀ ਤੇਰੀਆਂ ਲੱਤਾਂ ਕਿਵੇਂ ਠੀਕ ਹੋਈਆਂ, ਕਹਿੰਦਾ 100 ਸੁਹਾਗਣ ਨੇ ਠੀਕ ਕੀਤੀਆਂ। ਲੋਕਾਂ ਦੇ ਵਿੱਚ ਪ੍ਰਚਾਰ ਹੋ ਗਿਆ। ਲੋਕ ਆਪਸ ਦੇ ਵਿੱਚ ਗੱਲਾਂ ਕਰਦੇ ਨੇ ਵੀ ਉਹੀ 100 ਸੁਹਾਗਣ ਜਿਹਨੂੰ ਡੇਰੇ ਦੇ ਵਿੱਚੋਂ ਕੁੱਟ ਕੇ ਕੱਢਿਆ ਸੀ ਤੇ ਲੱਤਾਂ ਕਿਵੇਂ ਠੀਕ ਕਰ ਦਿੱਤੀਆਂ। ਹੋ ਸਕਦਾ ਵੀ ਉਹਨੇ ਕੋਈ ਗਲਤ ਕੰਮ ਨਾ ਕੀਤਾ ਹੋਵੇ, ਐਵੇਂ ਲੋਕਾਂ ਨੇ ਇੱਕ ਗੱਲ ਫੈਲਾ ਦਿੱਤੀ ਹੋਵੇ ਵੀ ਫਿਰ ਇੰਨੀ ਸ਼ਕਤੀ ਕਿਵੇਂ ਹੋ ਸਕਦੀ ਹੈ 100 ਸੁਹਾਗਣ ਦੇ ਵਿੱਚ। ਹੁਣ ਪਤਾ ਉਹਦਾ 100 ਸੁਹਾਗਣ ਨੂੰ ਵੀ ਲੱਗ ਗਿਆ ਵੀ ਇਸ ਤਰ੍ਹਾਂ ਮੇਰੇ ਬਾਰੇ ਕੋਈ ਕਹਿ ਰਿਹਾ ਵੀ ਲੱਤਾਂ ਠੀਕ ਕੀਤੀਆਂ ਨੇ। ਕਹਿੰਦੇ 100 ਸੁਹਾਗਣ ਆਪ ਉਹ ਪਿੰਗਲੇ ਕੋਲੇ ਆਇਆ ਤੇ ਪਿੰਗਲੇ ਦੇ ਕੋਲ ਆਇਆ 100 ਸੁਹਾਗਣ ਪੁੱਛਦਾ ਵੀ ਤੈਨੂੰ ਲੱਤਾਂ ਕਿਹਨੇ ਠੀਕ ਕੀਤੀਆਂ। ਉਹ ਜਿਹੜਾ ਪਿੰਗਲਾ ਸੀ ਉਹਨੇ 100 ਸੁਹਾਗਣ ਕਦੇ ਵੇਖਿਆ ਨਹੀਂ ਸੀ, ਉਹਨੂੰ ਮਿਲਿਆ ਨਹੀਂ ਸੀ ਕਿਤੇ। ਉਹ ਕਹਿੰਦਾ ਜੀ ਮੇਰੀਆਂ ਲੱਤਾਂ 100 ਸੁਹਾਗਣ ਨੇ ਠੀਕ ਕੀਤੀਆਂ। ਉਹ ਕਹਿਣ ਲੱਗਾ ਤੂੰ ਸੱਚ ਦੱਸ ਕਿਹਨੇ ਠੀਕ ਕੀਤੇ। ਕਹਿੰਦੇ 100 ਸੁਹਾਗਣ। ਉਹ ਕਹਿੰਦਾ 100 ਸੁਹਾਗਣ ਤਾਂ ਮੈਂ ਆ, ਜਾਂ ਆਪਾਂ ਤਾਂ ਕਿਤੇ ਮਿਲੇ ਨਹੀਂ ਆਪਸ ਵਿੱਚ, ਸੱਚ ਦੱਸ ਤੇਰੀਆਂ ਲੱਤਾਂ ਕਿਹਨੇ ਠੀਕ ਕੀਤੀਆਂ। ਉਹ ਕਹਿੰਦਾ ਜੇ ਸੱਚ ਪੁੱਛਦੇ ਹੋ, ਇੱਕ ਬਿਰਧ ਮਾਤਾ ਦੇ ਘਰੇ ਗੁਰੂ ਨਾਨਕ ਦੇਵ ਪਾਤਸ਼ਾਹ 3 ਫਕੀਰ ਆਏ ਨੇ, ਇਹ ਲੱਤਾਂ ਮੇਰੀਆਂ ਉਹਨਾਂ ਨੇ ਠੀਕ ਕੀਤੀਆਂ। ਤੇ ਉਸੇ ਸਮੇਂ ਮਨ ਦੇ ਵਿੱਚ ਆਇਆ 100 ਸੁਹਾਗਣ ਦੇ, ਕਹਿੰਦਾ ਠੀਕ ਹੀ ਆ, ਉਹੀ ਹੋਣਗੇ ਜਿਹੜੇ ਮੇਰੇ ਡੇਰੇ ਤੇ ਮੈਨੂੰ ਮਿਲਣ ਵਾਸਤੇ ਆਏ ਸੀ, ਮੈਂ ਉਹਨਾਂ ਨੂੰ ਮਿਲਿਆ ਨਹੀਂ ਸੀ। ਮੈਂ ਜੇ ਉਹਨਾਂ ਨੂੰ ਕਿਤੇ ਮਿਲ ਲੈਂਦਾ ਮੇਰੀ ਇਹ ਹਾਲਤ ਨਹੀਂ ਹੋਣੀ ਸੀ। ਤੇ ਹੁਣ ਮੈਂ ਜਾ ਕੇ ਉਹਨਾਂ ਦੇ ਕੋਲੋਂ ਭੁੱਲ ਬਖਸ਼ਾਵਾਂ ਆਪਣੀ, ਜਾ ਕੇ ਉਹਨਾਂ ਨੂੰ ਮਿਲਾਂ। ਤੇ ਗੁਰਮੁਖ ਪਿਆਰੋ ਫਿਰ ਉਸ ਸਮੇਂ 100 ਸੁਹਾਗਣ ਆਪ ਚੱਲ ਕੇ ਉਸ ਬਿਰਧ ਮਾਤਾ ਦੇ ਘਰੇ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਹਾਜ਼ਰ ਹੋਇਆ। ਜਾ ਕੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ 100 ਸੁਹਾਗਣ ਨੇ ਨਮਸਕਾਰ ਕੀਤੀ। ਕਹਿਣ ਲੱਗਿਆ ਸੱਚੇ ਪਾਤਸ਼ਾਹ ਮੇਰੇ ਤੋਂ ਭੁੱਲ ਹੋ ਗਈ ਆ, ਜੇ ਕਿਤੇ ਮੈਂ ਉਸੇ ਦਿਨ ਆਪ ਜੀ ਨੂੰ ਮਿਲ ਲੈਂਦਾ ਤੇ ਅੱਜ ਮੇਰੀ ਇਹ ਹਾਲਤ ਨਾ ਹੁੰਦੀ। ਤੇ ਗੁਰਮੁਖ ਪਿਆਰਿਓ 100 ਸੁਹਾਗਣ ਗੁਰੂ ਨਾਨਕ ਦੇ ਪਾਤਸ਼ਾਹ ਵਾਲੇ ਚਰਨਾਂ ਦੇ ਵਿੱਚ ਆਪਣੀ ਭੁੱਲ ਬਖਸ਼ਾਉਂਦਾ ਤੇ ਨਾਲੇ ਕਹਿ ਰਿਹਾ ਹੈ ਬਖਸ਼ ਲਿਓ ਮਹਾਰਾਜ ਮੈਂ ਅਪਰਾਧੀ, ਮੈਂ ਅਪਰਾਧੀ। ਬਖਸ਼ ਲਿਓ ਮਹਾਰਾਜ ਮੈਂ ਅਪਰਾਧੀ, ਮੈਂ ਅਪਰਾਧੀ। मैं अपराधी, मैं अपराधी, मैं अपराधी, मैं अपराधी। मैं अपराधी, मैं अपराधी, मैं अपराधी। बख्श लियो महाराज मैं अपराधी, मैं अपराधी। बख्श लियो महाराज मैं अपराधी, मैं अपराधी। महाराज मैं अपराधी, मैं अपराधी। बख्श लियो महाराज अपराधी, मैं अपराधी। बख्श लियो राती बख्श लियो हाओ अपराधी गुनहगार, हाओ बेमुख मंदा, चोर जार जुआर हो। जोरदार जुआर हो पर कर गो हंदा
ਨਿੰਦਕ ਦੁਸ਼ਟ ਹਰਾਮ ਖੋਰ ਚੋਰ ਚਾਰ ਜੁਹਾਰ ਹੋ ਪਰ ਕਰ ਜੋ ਹੰਦਾ ਨਿੰਦਕ ਦੁਸ਼ਟ ਹਰਾਮ ਖੋਰ ਠਗ ਦੇਸ ਠਗੰਦਾ ਕਾਮ ਕ੍ਰੋਧ ਮਦ ਲੋਭ ਮੋਹ ਕਾਮ ਕ੍ਰੋਧ ਮਦ ਲੋਭ ਮੋਹ ਅਹੰਕਾਰ ਕਰੰਦਾ ਪੀਰ ਮੋਰੀ ਤਾਂ ਪਿਰਹੜੀ ਪੀਰ ਮੋਰੀ ਤਾਂ ਪਿਰਹੜੀ ਸਤਿਗੁਰ ਬਖਸ਼ੰਦਾ ਹਉ ਅਪਰਾਧੀ ਗੁਨਾਹਗਾਰ ਹਉ ਅਪਰਾਧੀ ਗੁਨਾਹਗਾਰ ਹਉ ਬੇਮੁਖ ਮੰਦਾ ਚੋਰ ਯਾਰ ਯੂਆਰ ਹਉ ਪਰ ਕਰ ਜੋ ਹੁੰਦਾ ਨਿੰਦਕ ਦੁਸ਼ਟ ਹਰਾਮ ਖੋਰ ਠਗ ਦੇਸ ਠਗੰਦਾ ਕਾਮ ਕ੍ਰੋਧ ਮਦ ਲੋਭ ਮੋਹ ਅਹੰਕਾਰ ਕਰੰਦਾ ਵਿਸਾਸ ਘਾਤੀ ਕਾ ਕਿਰਤ ਘਾਣ ਮੈਂ ਕੋ ਨਾ ਰਖੰਦਾ ਸਿਮਰ ਮੁਰੀਦਾ ਘਾਟਿਆ ਸਤਿਗੁਰ ਬਖਸ਼ੰਦਾ ਜਿੱਡਾ ਵੀ ਕੋਈ ਮਰਜੀ ਗੁਨਾਹਗਾਰ ਹੋਵੇ ਪਾਪੀ ਹੋਵੇ ਕਿ ਗੁਰਮੁਖ ਪਿਆਰੋ ਕਿਤੇ ਸਤਿਗੁਰੂ ਦੀ ਸ਼ਰਨ ਦੇ ਵਿੱਚ ਆ ਜਾਵੇ ਸਤਿਗੁਰੂ ਜੀ ਬਖਸ਼ ਦਿੰਦੇ ਨੇ ਤੇ ਗੁਨਾਹ ਕਰਨ ਵਾਲਾ ਸੌ ਸੁਹਾਗਣ ਜਿਹੜਾ ਆਪਣੇ ਆਪ ਨੂੰ ਫਕੀਰ ਕਹਾਉਂਦਾ ਸੀ ਤੇ ਗੁਰਮੁਖ ਪਿਆਰਿਓ ਦੇਖੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਆਏ ਉਹਨੂੰ ਵੀ ਅੱਜ ਬਖਸ਼ ਰਹੇ ਸਤਿਗੁਰਾਂ ਦੀ ਸ਼ਰਨ ਵਿੱਚ ਆਇਆ ਸਤਿਗੁਰਾਂ ਦੇ ਚਰਨਾਂ ਵਿੱਚ ਆ ਕੇ ਮੁਆਫੀ ਮੰਗੀ ਸਤਿਗੁਰੂ ਜੀ ਮੇਰੇ ਤੋਂ ਭੁੱਲ ਹੋ ਗਈ ਬਖਸ਼ ਦਿਓ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਸੌ ਸੁਹਾਗਣ ਨੂੰ ਨਾਮ ਦੀ ਦਾਤ ਬਖਸ਼ੀ ਤੇ ਸੱਚ ਦੀ ਸੋਝੀ ਕਰਵਾ ਕੇ ਸੱਚ ਦਾ ਗਿਆਨ ਦੇ ਕੇ ਉਹਨੂੰ ਸਿੱਧੇ ਰਸਤੇ ਤੇ ਪਾਏ ਸੋ ਇਸ ਕਰਕੇ ਭਾਗਾਂ ਵਾਲਿਓ ਆਪਾਂ ਵੀ ਕਲਯੁਗ ਦੇ ਸਮੇਂ ਦੇ ਵਿੱਚ ਸੱਚੇ ਗਿਆਨ ਦੇ ਨਾਲ ਜੁੜੀਏ ਸਤਿਗੁਰੂ ਦੇ ਨਾਲ ਜੁੜੀਏ ਗੁਰਬਾਣੀ ਦੇ ਨਾਲ ਜੁੜੀਏ ਆਪਣੇ ਜੀਵਨ ਨੂੰ ਸਫਲ ਬਣਾਈਏ ਫਿਰ ਗੁਰਮੁਖ ਪਿਆਰੇ ਇਹ ਮਨਾਏ ਹੋਏ ਗੁਰਪੁਰਬ ਸਤਿਗੁਰੂ ਦੀ ਸਿੱਖਿਆ ਲੈ ਕੇ ਸਾਡੇ ਸਫਲ ਹੋਣਗੇ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਸਤਿਗੁਰੂ ਜੀ ਰਹਿਮਤ ਕਰਨ ਜਿੰਨੀਆਂ ਵੀ ਸੰਗਤਾਂ ਨੇ ਹਾਜ਼ਰੀ ਭਰੀ ਹੈ ਇਹ ਉਪਦੇਸ਼ ਸਾਡੇ ਹਿਰਦਿਆਂ ਦੇ ਵਿੱਚ ਮਨਾਂ ਦੇ ਵਿੱਚ ਵਸ ਜਾਵੇ ਸਾਡਾ ਲੋਕ ਸੁਖੀ ਅਤੇ ਪਰਲੋਕ ਸੁਹੇਲਾ ਹੋ ਜਾਵੇ ਸਾਰੀਆਂ ਸੰਗਤਾਂ ਦਾ ਤੇ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਸੋ ਕੱਲ ਨੂੰ ਵੀ ਇਸੇ ਤਰ੍ਹਾਂ ਸਾਰੀਆਂ ਸੰਗਤਾਂ ਨੇ ਹਾਜ਼ਰੀ ਭਰਨੀ ਆ ਸੋ ਆਓ ਆਪਾਂ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਆਗਮਨ ਪੁਰਬ ਦੀ ਖੁਸ਼ੀ ਦੇ ਵਿੱਚ ਤੇ ਵਾਹਿਗੁਰੂ ਦਾ ਸਿਮਰਨ ਕਰਕੇ 2-4 ਮਿੰਟ ਫਿਰ ਆਪਾਂ ਸਮਾਪਤੀ ਕਰਦੇ ਹਾਂ ਵਾਹਿਗੁਰੂ ਨਾਨਕ ਪੂਰਾ